ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕ ਰਣ ਚੈਨਲ ਪੰਜਾਬੀ ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਿਆਸੀ ਮਿਜ਼ਾਜ ਜਿਹੜਾ ਆ ਪੰਜਾਬ ਦੀ ਸਿਆਸਤ ਦੇ ਵਿੱਚ। ਇੱਕ ਪਾਸੇ ਤਾਂ ਅਕਾਲੀ ਦਲ ਆਪਣੇ ਲਗਾਤਾਰ ਉਮੀਦਵਾਰ ਐਲਾਨ ਰਿਹਾ। ਕਰੀਬ 64 ਉਮੀਦਵਾਰਾਂ ਦੀ ਸੂਚੀ ਜਿਹੜੀ ਆ ਉਹਨਾਂ ਨੇ ਜਾਰੀ ਕੀਤੀ। ਉਹਦੇ ਵਿੱਚ ਖਾਸ ਗੱਲ ਇਹ ਰਹੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਸੀਟ ਦੀ ਮੰਗ ਨੂੰ ਲੈ ਕੇ ਲਗਾਤਾਰ ਬਾਦਲ ਪਰਿਵਾਰ ਤੇ ਪ੍ਰੈਸ਼ਰ ਬਣਾ ਰਹੇ ਸੀ। ਕਿਹਾ ਜਾ ਰਿਹਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਜਾ ਸਕਦੀ ਨੇ। ਉਹਨਾਂ ਨੂੰ ਪੱਟੀ ਤੋਂ ਉਮੀਦਵਾਰ ਐਲਾਨਿਆ ਗਿਆ, ਪਰ ਬਾਦਲ ਸਾਹਿਬ ਨੇ ਆਪਣੀਆਂ ਜਿਹੜੀਆਂ ਖਾਸ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਹਲੇ ਪੱਤੇ ਨਹੀਂ ਖੋਲੇ ਜਾਂ ਉਹ ਖੋਲਣ ਦੇ ਲਈ ਤਿਆਰ ਨਹੀਂ। ਮੌਕੇ ਦੇ ਉੱਤੇ ਕਹਿੰਦੇ ਕੋਈ ਵੱਡਾ ਐਲਾਨ ਹੋ ਸਕਦਾ ਹੈ। ਕੀ ਚੱਲ ਰਿਹਾ ਅਕਾਲੀ ਦਲ ਦੇ ਵਿੱਚ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਉਧਰ ਭਗਵੰਤ ਮਾਨ ਹੋਰਾਂ ਨੂੰ ਕੌਮੀ ਕਾਰਜਕਾਰਨੀ ਕਮੇਟੀ ਦਾ ਫਿਰ ਤੋਂ ਮੈਂਬਰ ਜਿਹੜਾ ਨਿਯੁਕਤ ਕੀਤਾ ਗਿਆ। ਨਾਲ ਬਲਜਿੰਦਰ ਕੌਰ ਹੁਣੀ, ਸਰਬਜੀਤ ਕੌਰ ਮਾਣੂਕੇ ਤੇ ਅਮਨ ਅਰੋੜਾ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਉਹਨਾਂ ਦੇ ਨਾਲ ਸ਼ਾਇਦ ਇੱਕ ਹੋਰ ਵਿਧਾਇਕ ਨੇ। ਤੇ ਇਹ ਸਭ ਦੇ ਵਿਚਾਲੇ ਕੀ ਭਗਵੰਤ ਮਾਨ ਦੇ ਧੜੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਜਿਹੜੇ ਕਹਿੰਦੇ ਸੀ ਕਿ ਅਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਾਂ, ਜਿਵੇਂ ਮੀਤ ਹੇਰ ਹੋ ਗਏ, ਕੁਲਤਾਰ ਸਿੰਘ ਸੰਧਵਾ ਹੋ ਗਏ, ਜਾਂ ਉਹਨਾਂ ਨੂੰ ਕਿਉਂ ਨਹੀਂ ਰੱਖਿਆ ਗਿਆ। ਇਹ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ। ਤੀਜੇ ਪਾਸੇ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਿਆਨ ਦੇ ਉੱਤੇ ਲਗਾਤਾਰ ਚਰਚਾ ਹੈ। ਬੀਜੇਪੀ ਕਹਿ ਰਹੀ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਜਦੋਂ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਕਿਸਾਨ ਜਾ ਕੇ ਦਿੱਲੀ ਤੇ ਹਰਿਆਣੇ 'ਚ ਪ੍ਰੈਸ਼ਰ ਬਣਾਉਣ, ਪੰਜਾਬ ਦੇ ਵਿੱਚ ਥਾਂ ਖਾਲੀ ਛੱਡਣ, ਪੰਜਾਬ ਦੇ ਵਿੱਚ ਸੁਰੱਖਿਆ ਨੂੰ ਖਤਰਾ ਹੈ, ਪੰਜਾਬ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ, ਅੜਿੱਕਾ ਆਉਂਦਾ। ਉਧਰਲੇ ਪਾਸੇ ਭਾਜਪਾ ਵੀ ਜਿਹੜੀ ਹਰਿਆਣਾ ਸਰਕਾਰ ਆ ਉਹ ਵੀ ਕੈਪਟਨ ਸਾਹਿਬ ਨੂੰ ਘੇਰਦੀ ਹੈ ਕਿ ਸਭ ਕੁਝ ਕਾਂਗਰਸ ਦੇ ਇਸ਼ਾਰੇ ਤੇ ਹੋ ਰਿਹਾ, ਕਿਸਾਨਾਂ ਦਾ ਅੰਦੋਲਨ। ਪਰ ਕਿਸਾਨ ਇਸ ਤੋਂ ਖਪਾ ਨੇ ਜੋ ਕੁਝ ਕੈਪਟਨ ਸਾਹਿਬ ਨੇ ਕਿਹਾ। ਨਾਲੋਂ ਨਾਲ ਗੱਲ ਇਹ ਵੀ ਹੈ ਕਿ ਭਾਜਪਾ ਦੇ ਵਿੱਚ ਅੰਦਰ ਖਾਤੇ ਕੀ ਚੱਲ ਰਹੇ ਆ। ਜਿਹੜੇ ਲక్ష్ਮੀ ਕਾਂਤਾ ਚਾਵਲਾ ਨੇ, ਭਾਜਪਾ ਦੇ ਸੀਨੀਅਰ ਆਗੂ ਨੇ, ਸਾਬਕਾ ਮੰਤਰੀ ਰਹਿ ਚੁੱਕੇ ਨੇ ਅੰਮ੍ਰਿਤਸਰ ਤੋਂ, ਉਹਨਾਂ ਨੇ ਕਿਹਾ ਕਿ ਜਲਿਆਂਵਾਲੇ ਬਾਗ ਦੇ ਵਿੱਚ ਜੋ ਕੁਝ ਨਵੀਨੀਕਰਨ ਦੀਆਂ ਗੱਲਾਂ ਕਹਿ ਕੇ ਇਹਨਾਂ ਨੇ ਉੱਥੇ ਛੇੜਖਾਨੀ ਕੀਤੀ ਹੈ ਇਤਿਹਾਸ ਦੇ ਨਾਲ, ਉਹ ਬਰਦਾਸ਼ਤ ਨਹੀਂ ਹੋਏਗੀ। ਕੇਂਦਰ ਸਰਕਾਰ ਨੂੰ ਕਿਹਾ ਕਿ ਇਹਨੂੰ ਵਾਪਸੀ ਜਿਹੜਾ ਉਸ ਢੰਗ ਦੇ ਨਾਲ ਹੀ ਰੂਪ ਦਿੱਤਾ ਜਾਵੇ। ਜਿੱਥੇ ਜਿੱਥੇ ਛੇੜਖਾਨੀ ਕੀਤੀ ਹੈ ਉਹਨਾਂ ਨੇ ਦੱਸਿਆ। ਹਾਲਾਂਕਿ ਬੀਜੇਪੀ ਕਹਿ ਰਹੀ ਹੈ ਕਿ ਇਹੋ ਜਿਹਾ ਕੁਝ ਨਹੀਂ ਕੀਤਾ ਗਿਆ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ। ਕਿਸਾਨਾਂ ਨਾਲ ਵੀ ਜੁੜੀਆਂ ਨੇ ਕਿ ਖੇਤ ਮਜ਼ਦੂਰਾਂ ਦੀ ਜਿਹੜੀ ਉਹ ਇੱਕ ਜਿੱਤ ਹੋਈ ਹੈ ਪੰਜਾਬ ਦੇ ਵਿੱਚ। ਉਹਨਾਂ ਦੇ ਕੁਝ ਮੁੱਦਿਆਂ ਉੱਤੇ ਸਰਕਾਰ ਨੇ ਸਹਿਮਤੀ ਜਤਾਈ ਹੈ, ਮੰਨ ਲਈਆਂ ਨੇ, ਪਰ ਮੇਨ ਮੰਗ ਜਿਹੜੀ ਹੈ ਕਿਰਤੀ ਕਾਨੂੰਨ ਜਿਹੜੇ ਪਿੱਛੇ ਜੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸੀ ਨਵੇਂ ਹੁਕਮ, ਉਹਨਾਂ ਦੇ ਵਿੱਚ ਕੀ ਸਰਕਾਰ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ, ਉਹ ਹਾਲੇ ਉਸ ਤਰੀਕੇ ਨਾਲ ਨਿਪਰੇ ਨਹੀਂ ਚੜਿਆ। ਇਸ ਉੱਤੇ ਵੀ ਗੱਲਬਾਤ ਕਰਾਂਗੇ। ਪ੍ਰਗਟ ਸਿੰਘ ਹੋਰਾਂ ਦੀ ਵੀ ਗੱਲ ਕਰਾਂਗੇ, ਜਿਹੜੇ ਕਹਿੰਦੇ ਕਿ ਬੱਸਾਂ ਦੇ ਵਿੱਚ ਜਿਹੜਾ ਫ੍ਰੀ ਸਫ਼ਰ ਹੈ ਔਰਤਾਂ ਦਾ, ਉਹ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਕਿ ਔਰਤਾਂ ਨੂੰ ਫ੍ਰੀ ਬੱਸ ਸਫ਼ਰ ਨਾ ਕਰਵਾਇਆ ਜਾਵੇ, ਚੰਗੀ ਗੱਲ ਹੈ ਕਰਵਾਇਆ ਜਾਏ, ਪਰ ਨਾਲੋਂ ਨਾਲ ਗੱਲ ਇਹ ਆ ਕਿ ਦਿੱਲੀ ਵੱਲ ਨੂੰ ਬੱਸਾਂ ਜਿਹੜੀਆਂ ਹਵਾਈ ਅੱਡੇ ਤੇ ਸਰਕਾਰੀ ਬੱਸਾਂ ਕਿਉਂ ਨਹੀਂ ਜਾਂਦੀਆਂ। ਪ੍ਰਾਈਵੇਟ ਕੰਪਨੀਆਂ ਵਾਲੇ ਲੁੱਟ ਮਚਾ ਰਹੇ ਨੇ, ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹ ਕਹਿੰਦੇ ਇੱਕ ਸਪਸ਼ਟ ਨੀਤੀ ਜਿਹੜੀ ਹੈ ਟਰਾਂਸਪੋਰਟ ਨੂੰ ਲੈ ਕੇ ਹੋਣੀ ਚਾਹੀਦੀ ਹੈ। ਹੋਰ ਵੀ ਖਬਰਾਂ ਹੋਣਗੀਆਂ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਡਾਕਟਰ ਸਾਹਿਬ ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਗੱਲ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕਰਦੇ ਹਾਂ ਕਿ ਜਿਹੜੇ ਵੱਡੇ ਪੱਤੇ ਨੇ ਉਹ ਨਹੀਂ ਖੋਲੇ ਗਏ, ਹਾਲਾਂਕਿ 64 ਸੀਟਾਂ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ। ਸੁਖਵਿੰਦਰ ਜੀ ਦੇਖੋ, ਅਕਾਲੀ ਦਲ ਬਾਦਲ ਦੇ ਇਤਿਹਾਸ ਨੂੰ ਜਿੰਨੀ ਦੇਰ ਆਪਾਂ ਨਹੀਂ ਸਮਝਾਂਗੇ ਉਨੀ ਦੇਰ ਅਸੀਂ ਖਾਸ ਤੌਰ ਤੇ ਜਿਹੜੀ ਮੌਜੂਦਾ ਹਾਲਾਤ ਨੇ ਅਕਾਲੀ ਦਲ ਦੇ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ 64 ਸੀਟਾਂ ਅਨਾਉਂਸ ਕੀਤੀਆਂ ਨੇ ਉਹਨਾਂ ਨੇ, ਤਾਂ ਇਸ ਨੂੰ ਸਮਝਣਾ ਪਏਗਾ ਕਿ ਇਹ ਕਾਰਨ ਕੀ ਬਣਿਆ, ਕਿ ਇਦਾਂ ਇੰਨੀ ਕਾਹਲੀ ਕਿਉਂ ਪੈ ਗਈ ਕਿ ਉਹਨਾਂ ਨੂੰ ਇੰਨਾ ਸਭ ਤੋਂ ਮਤਲਬ ਪਹਿਲ ਕਰਨਾ ਚਾਹੁੰਦੇ ਨੇ ਕਿ ਅਸੀਂ ਪਹਿਲੇ ਦੇ ਆਧਾਰ ਦੇ ਉੱਤੇ ਵੱਖ-ਵੱਖ ਉਮੀਦਵਾਰਾਂ ਨੂੰ ਅਸੀਂ ਪਹਿਲੇ ਅਨਾਉਂਸਮੈਂਟ ਕਰ ਦਈਏ ਉਹਨਾਂ ਦੀ। ਸੋ ਇਹਦਾ ਵੱਡਾ ਕਾਰਨ ਇਹ ਹੈ ਕਿ ਪਿਛਲੇ ਦਿਨਾਂ ਦੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ, ਖਾਸ ਤੌਰ ਤੇ ਅਸੀਂ ਬਰਗਾੜੀ ਕਾਂਡ ਵੇਖ ਲਓ, ਕੋਟਕਪੂਰਾ ਕਾਂਡ ਵੇਖ ਲਓ, ਜਾਂ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਅਕਾਲੀ ਦਲ ਦੇ 10 ਸਾਲਾ ਰਾਜ ਦੇ ਦੌਰਾਨ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ, ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜ ਕੇ ਜਿਹੜੇ ਉਹਨਾਂ ਦੀ ਬੇਅਦਬੀ ਹੋਈ, ਜਾਂ ਗੀਤਾ ਦੀ ਬੇਅਦਬੀ ਹੋਈ, ਕੁਰਾਨ ਦੀ ਬੇਅਦਬੀ ਹੋਈ। ਸੋ ਇਹ ਜਿਹੜੇ ਮਸਲੇ ਸੀਗੇ ਲੋਕਾਂ ਦੇ ਵਿੱਚ ਉਸ ਵੇਲੇ ਚਰਚਾ ਦਾ ਵਿਸ਼ਾ ਬਣੇ, ਜਿਹਦਾ ਨਤੀਜਾ ਕੀ ਨਿਕਲਿਆ, ਜਿਹਦਾ ਨਤੀਜਾ ਆਪਾਂ ਦੇਖ ਸਕਦੇ ਹਾਂ ਕਿ ਇੱਕ ਪਾਸੇ ਤਾਂ 10 ਸਾਲਾਂ ਦੇ ਉਹਨਾਂ ਦਾ ਕੰਮਕਾਰ ਸੀਗਾ, ਔਰ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਘਟਨਾਵਾਂ, ਉਹਦੇ ਕਰਕੇ ਇੱਕ ਪੰਥਕ ਵੋਟ ਜਿਹੜੀ ਸੀਗੀ, ਜਿਹਦੇ ਕਰਕੇ
ਅਕਾਲੀ ਦਲ ਬਾਦਲ ਜਾਣਿਆ ਜਾਂਦਾ ਸੀਗਾ। ਜਿਸ ਪੰਥਕ ਵੋਟ ਨੇ ਅਕਾਲੀ ਦਲ ਬਾਦਲ ਨੂੰ 5 ਵਾਰੀ ਆਪਾਂ ਸਮਝਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜੀ ਨੂੰ 5 ਵਾਰੀ ਮੁੱਖ ਮੰਤਰੀ ਬਣਾਇਆ ਸੀਗਾ। ਸੋ ਉਹ ਘਟਨਾਵਾਂ ਵਾਪਰਨ ਕਰਕੇ ਇੱਕ ਹੋਂਦ ਦੀ ਲੜਾਈ ਤੁਸੀਂ ਦੇਖੋਗੇ ਕਿ 1920 ਦੇ ਵਿੱਚ ਅਕਾਲੀ ਦਲ ਸਥਾਪਿਤ ਹੁੰਦਾ ਹੈ, ਉਹਦੀ ਨੀਂਹ ਰੱਖੀ ਜਾਂਦੀ ਹੈ, ਔਰ 2020 ਦੇ ਵਿੱਚ ਇਹ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਉਹੀ ਪਾਰਟੀ ਜਿਹੜੀ ਕਿ ਪੰਜਾਬੀ ਸੂਬੇ ਦਾ ਬਹੁਤ ਵੱਡਾ ਅੰਦੋਲਨ ਲੜਦੀ ਹੈ, ਉਸ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬੀਅਤ ਨਾਲ ਸੰਬੰਧਿਤ ਬਹੁਤ ਸਾਰੇ ਮੁੱਦੇ, ਚਾਹੇ ਉਹਦੇ ਵਿੱਚੋਂ ਅਨੰਦਪੁਰ ਸਾਹਿਬ ਦਾ ਮਤਾ ਆਪਾਂ ਕਹਿ ਸਕਦੇ ਹਾਂ, ਜਾਂ ਜਿਹੜੀ ਹੈਗੀ ਆ ਹੋਰ ਜਿਹੜੇ 80 ਤੋਂ ਲੈ ਕੇ ਜਿਹੜਾ ਵੱਡੇ ਧਰਮ ਯੁੱਧ ਮੋਰਚੇ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਤਾਂ ਇਦਾਂ ਦੇ ਵੱਡੇ ਮੋਰਚੇ ਜਿਹੜੇ ਨੇ ਅਕਾਲੀ ਦਲ ਲੜਦਾ ਹੈ। ਪਰ 2020 ਤੱਕ ਆਉਂਦੇ ਆਪਾਂ ਦੇਖਦੇ ਹਾਂ ਕਿ ਉਹਨੂੰ ਵੱਡਾ ਸੰਕਟ ਵੋਟ ਬੈਂਕ ਉਹਦੀ ਕੁਰਤੀ ਨਜ਼ਰ ਆਉਂਦੀ ਹੈ, ਔਰ ਨਤੀਜਾ ਕੀ ਨਿਕਲਦਾ ਹੈ ਕਿ ਉਹੀ ਪਾਰਟੀ ਜਿਹੜੀ ਕਿ 10 ਸਾਲ ਸੱਤਾ 'ਚ ਹੁੰਦੀ ਹੈ, ਉਹੀ ਪਾਰਟੀ ਜਿਹੜੀ ਹੈ ਤੀਜੇ ਨੰਬਰ ਤੇ ਚਲੀ ਜਾਂਦੀ ਹੈ। ਸੋ ਆਪਣੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਜਿਹੜੀਆਂ ਚੋਣਾਂ ਜਾਂ ਵੋਟਾਂ ਜਿਹੜੀਆਂ ਨੇ ਉਹਨਾਂ ਚੋਣਾਂ ਦੇ ਵਿੱਚ 17 ਦੇ ਵਿੱਚ ਉਹ ਉਹਨਾਂ ਨੂੰ ਮਿਲਦੀਆਂ ਨੇ। ਸੋ ਉਸ ਵੇਲੇ ਕੀ ਹੁੰਦਾ ਹੈ ਕਿ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਸਾਡੀ ਹੋਂਦ ਬਚੇਗੀ ਜਾਂ ਨਹੀਂ ਬਚੇਗੀ, ਕਿਉਂਕਿ ਇਦਾਂ ਦੇ ਇਲਜ਼ਾਮਬਾਜ਼ੀ ਜਿਹੜੀ ਹੈਗੀ ਆ ਹੁੰਦੀ ਹੈ। ਔਰ ਨਤੀਜਾ ਕੀ ਹੈ ਕਿ ਜਿਹੜੇ ਅਗਲੇ 2-3 ਸਾਲ ਨੇ ਉਹਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਹੈਗਾ ਲੋਕ ਜਿਹੜੇ ਨੇ ਬਹੁਤ ਵੱਡੇ ਵੱਡੇ ਸਵਾਲ ਪੁੱਛਦੇ ਨੇ। ਸੋ ਇੱਕ ਵੱਡੀ ਘਟਨਾ ਹੋਰ ਵਾਪਰਦੀ ਹੈ ਪਿਛਲੇ 1 ਸਾਲ ਦੇ ਦੌਰਾਨ, ਉਹ ਹੁੰਦਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਆਪਾਂ ਵੀ ਜਾਣਦੇ ਹਾਂ ਕਿ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਹੋਣ ਕਰਕੇ, ਕਿਉਂਕਿ ਸੈਂਟਰ ਦੇ ਵਿੱਚ ਬੀਬੀ ਹਰਸਿਮਰਤ ਬਾਦਲ ਜੀ ਇੱਕ ਵੱਡੇ ਅਹੁਦੇ ਦੇ ਉੱਤੇ ਸਨ, ਔਰ ਇੱਕ ਵੱਡਾ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਜਿਹੜਾ ਸੀਗਾ ਅਹੁਦਾ ਮਿਲਿਆ ਹੋਇਆ ਸੀਗਾ। ਸੋ ਜਦੋਂ ਇਹ ਕਾਲੇ ਕਾਨੂੰਨ ਲਾਗੂ ਕੀਤੇ ਗਏ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀ ਸ਼ਮੂਲੀਅਤ ਬਾਰੇ ਹੀ ਕਿਹਾ ਗਿਆ ਸਾਰੀਆਂ ਬਾਕੀ ਪਾਰਟੀਆਂ ਵੱਲੋਂ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਸਾਈਨ ਕਰਕੇ ਜਿਹੜੇ ਨੇ ਸਾਰਾ ਕੁਝ ਕਰਵਾਇਆ। ਸੋ ਉੱਥੋਂ ਵੀ ਇੱਕ ਤੁਸੀਂ ਦੇਖੋਗੇ ਕਿ ਇੱਕ ਪਾਸੇ ਪੰਥਕ ਵੋਟ ਸੀਗੀ ਉਹ ਕਿਸਕੀ, ਔਰ ਦੂਜੇ ਪਾਸੇ ਜਿਹੜੀ ਵੱਡੀ ਵੋਟ ਸੀਗੀ ਉਹ ਕਿਸਾਨਾਂ ਦੀ ਵੋਟ ਸੀਗੀ, ਔਰ ਕਿਸਾਨਾਂ ਦੀ ਵੋਟ ਖਿਸਕਦੀ ਨਜ਼ਰ ਆਈ। ਔਰ ਨਤੀਜਾ ਕੀ ਹੋ ਗਿਆ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਨੇ ਇਹ ਕਿਹਾ ਕਿ ਮੈਂ 100 ਦਿਨ ਦੀ ਯਾਤਰਾ ਕਰਾਂਗਾ, ਪੰਜਾਬ ਦੇ ਵਿੱਚ ਜਾਵਾਂਗਾ, ਵੱਖ-ਵੱਖ ਵਿਧਾਨ ਸਭਾਵਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਾਂਗਾ, ਤਾਂ ਉਹਨਾਂ ਦਾ ਵਿਰੋਧ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਕਿਸਾਨਾਂ ਵੱਲੋਂ ਹੋਇਆ। ਔਰ ਨਤੀਜਾ ਕੀ ਨਿਕਲਿਆ ਕਿ ਅਕਾਲੀ ਦਲ ਬਾਦਲ ਨੂੰ ਚਿੱਠੀ ਲਿਖਣੀ ਪਈ ਬਕਾਇਦਾ ਤੌਰ ਤੇ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ, ਅਸੀਂ ਕਿਸਾਨਾਂ ਦੇ ਨਾਲ ਡਾਇਲੋਗ ਕਰਨਾ ਚਾਹੁੰਦੇ ਹਾਂ। ਔਰ ਉਸ ਡਾਇਲੋਗ ਦੇ ਵਿੱਚੋਂ ਇਹੀ ਗੱਲ ਸਾਹਮਣੇ ਆਈ ਕਿ ਹੁਣ ਅਕਾਲੀ ਦਲ ਬਾਦਲ ਨੂੰ ਆਪਣੇ ਜਿਹੜੇ ਰਾਜਨੀਤਿਕ ਪ੍ਰੋਗਰਾਮ ਨੇ ਉਹਨਾਂ ਨੂੰ ਜਿਹੜਾ ਹੈਗਾ ਹਜੇ ਵਿਰਾਮ ਦੇਣਾ ਚਾਹੀਦਾ ਹੈ। ਜਦੋਂ ਚੋਣਾਂ ਦਾ ਮੌਸਮ ਆਏਗਾ, ਜਦੋਂ ਚੋਣਾਂ ਜਿਹੜੀਆਂ ਹੈਗੀਆਂ ਅਨਾਉਂਸ ਹੋਣਗੀਆਂ, ਉਦੋਂ ਆਪਣੀਆਂ ਸਿਆਸੀ ਸਰਗਰਮੀਆਂ ਤੁਸੀਂ ਸ਼ੁਰੂ ਕਰ ਸਕਦੇ ਹੋ। ਸੋ ਉਸ ਨੂੰ ਲੈ ਕੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖ ਰਹੇ ਹਾਂ ਕਿ ਵੱਖ-ਵੱਖ ਅਕਾਲੀ ਲੀਡਰ ਹੋਣ, ਚਾਹੇ ਕਾਂਗਰਸੀ ਲੀਡਰ ਹੋਣ ਜਾਂ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਹੋਣ, ਉਹਨਾਂ ਨੂੰ ਕਿਸਾਨ ਘੇਰ ਰਹੇ ਨੇ, ਕਿਸਾਨ ਸਵਾਲ ਵੱਡੇ-ਵੱਡੇ ਉਹਨਾਂ ਨੂੰ ਪੁੱਛ ਰਹੇ ਨੇ, ਪਰ ਉਹ ਸੈਟੀਸਫਾਈ ਜਿਹੜੇ ਨੇ ਕਿਸਾਨ ਨਹੀਂ ਹੋ ਰਹੇ। ਸੋ ਨਤੀਜਾ ਕੀ ਨਿਕਲ ਰਿਹਾ ਹੈ ਕਿ ਇੱਕ ਪਾਸੇ ਤਾਂ ਅਕਾਲੀ ਦਲ ਬਾਦਲ ਇਹ ਕਹਿ ਰਿਹਾ ਕਿ ਅਸੀਂ 64 ਉਮੀਦਵਾਰ ਜਿਹੜੇ ਨੇ ਉਹ ਐਲਾਨ ਰਹੇ ਹਾਂ, ਦੂਜੇ ਪਾਸੇ ਪ੍ਰੈਸ਼ਰ ਇੰਨਾ ਹੈ ਕਿਸਾਨਾਂ ਦਾ ਕਿ ਉਹ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਤੁਸੀਂ ਹਜੇ ਪੋਲੀਟੀਕਲ ਪਾਰਟੀ ਜਿਹੜੀਆਂ ਨੇ ਸਿਆਸੀ ਸਰਗਰਮੀਆਂ ਉਹ ਨਹੀਂ ਕਰ ਸਕਦੇ। ਸੋ ਉਸ ਨੂੰ ਉਹਦੇ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਹੈ ਕਿ ਫਿਲਹਾਲ ਉਹਨਾਂ ਨੇ ਆਪਣੀ ਇਹੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਨਾ ਉਸ ਸਮੇਂ ਦਾ ਫਾਇਦਾ ਉਠਾਇਆ ਜਾਏ, ਔਰ ਉਸ ਸਮੇਂ ਦਾ ਫਾਇਦਾ ਉਠਾ ਕੇ ਉਹਨਾਂ ਨੇ ਕਿਹਾ ਕਿ 64 ਜਿਹੜੇ ਉਮੀਦਵਾਰ ਨੇ ਉਹ ਕੱਲ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ। ਉੱਥੋਂ ਇਹੀ ਲੱਗ ਰਿਹਾ ਹੈ ਕਿ ਚਾਹੇ ਉਹ ਸਿੱਧੇ ਤੌਰ ਤੇ ਨਹੀਂ, ਪਰ ਅਸਿੱਧੇ ਤੌਰ ਤੇ ਆਪਣੀਆਂ ਸਿਆਸੀ ਸਰਗਰਮੀਆਂ ਉਹਨਾਂ ਨੇ ਹੁਣ ਜਾਰੀ ਰੱਖਣ ਦਾ ਜਿਹੜਾ ਹੈਗਾ ਯਤਨ ਕੀਤਾ ਹੈ। ਪਰ ਇਹ ਜਿਹੜੇ 64 ਉਮੀਦਵਾਰ ਐਲਾਨੇ ਨੇ, ਉਹਨਾਂ ਦਾ ਕਿਸਾਨਾਂ ਦੇ ਵਿੱਚ ਕੀ ਰੋਲ ਹੋਏਗਾ, ਕਿਸਾਨ ਉਹਨਾਂ ਨੂੰ ਕਿਵੇਂ ਲੈਣਗੇ, ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਆਪਣੇ ਵੱਲੋਂ ਅਕਾਲੀ ਦਲ ਬਾਦਲ ਨੇ ਆਪਣੀ ਹੋਂਦ ਨੂੰ ਬਚਾਉਣ ਦੇ ਲਈ, ਜਿਵੇਂ ਮੈਂ ਜ਼ਿਕਰ ਕੀਤਾ ਹੈ, ਇੱਕ ਉਪਰਾਲਾ ਜ਼ਰੂਰ ਕੀਤਾ, ਇੱਕ ਕੋਸ਼ਿਸ਼ ਉਹਨਾਂ ਦੀ ਜ਼ਰੂਰ ਨਜ਼ਰ ਆਉਂਦੀ ਹੈ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਹੱਕ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਜਿਹੜੀ ਫਿਜ਼ਾ ਬਣਾਈ ਜਾਏ, ਇੱਕ ਜਿਹੜਾ ਹੈਗਾ ਉਸ ਤਰ੍ਹਾਂ ਦੀ ਆਵਾਜ਼ ਬੁਲੰਦ ਕੀਤੀ ਜਾਏ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਇਹਦਾ ਫਾਇਦਾ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਹੋ ਜਾਏ। ਪਰ ਦੂਜੇ ਪਾਸੇ ਜਦੋਂ ਅਸੀਂ ਦੂਜਾ ਪਾਸਾ ਵੇਖਦੇ ਹਾਂ ਤਾਂ ਇਹਦੇ ਨਾਲ ਇੱਕ ਨੁਕਸਾਨ ਇਹ ਵੀ ਹੋ ਸਕਦਾ ਹੈ ਕਿ ਜਦੋਂ ਤੁਸੀਂ ਇੰਨੀ ਛੇਤੀ ਪਹਿਲਾਂ
ਉਮੀਦਵਾਰਾਂ ਦੀ ਅਨਾਉਂਸਮੈਂਟ ਕਰਦੇ ਹੋ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੁਰਸੀ ਯੁੱਧ ਹੈ, ਜਿਹੜਾ ਖਾਸ ਤੌਰ ਤੇ ਜਦੋਂ ਅਸੀਂ ਕਹਿੰਦੇ ਆ ਕਿ ਚੋਣਾਂ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਉਮੀਦਵਾਰਾਂ ਦੀ ਸੀਟਾਂ ਦੀ ਲੜਾਈ ਜਿਹੜੀ ਹੁੰਦੀ ਹੈ, ਉਹ ਵੀ ਨਾਲ ਦੀ ਨਾਲ ਭਖਦੀ ਨਜ਼ਰ ਆਉਂਦੀ ਹੈ। ਸੋ ਇਹਦਾ ਕਾਰਨ ਵੀ ਹੋ ਸਕਦਾ ਕਿ ਜਿਵੇਂ ਤੁਸੀਂ ਕੁਝ ਐਗਜ਼ਾਮਪਲਾਂ ਦਿੱਤੀਆਂ ਸੀਗੀਆਂ ਕਿ ਹੋ ਸਕਦਾ ਹੈ ਕਿ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਉਹ ਆਪਸੀ ਖਿੱਚੋਤਾਣ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਉਹ ਜਿਹੜੀ ਹੈਗੀ ਆ ਉਹ ਖਾਨਾ ਜੰਗੀ ਜਾਂ ਆਪਸੀ ਕਾਟੋ ਕਲੇਸ਼ ਜਿਹੜਾ ਹੈਗਾ ਉਹ ਜ਼ਿਆਦਾ ਵੱਧ ਵੀ ਸਕਦਾ ਹੈ। ਸੋ ਇੱਕ ਕਿਸਮ ਦੀਆਂ ਅੰਦਰ ਖਾਤੇ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨਜ਼ਰ ਵੀ ਆਉਂਦੀਆਂ ਨੇ। ਜਿਵੇਂ ਆਪਾਂ ਜਾਣਦੇ ਹਾਂ ਕਿ ਮਲੂਕਾ ਸਾਹਿਬ ਜਿਹੜੇ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਪਿਛਲੇ ਦਿਨਾਂ ਦੇ ਵਿੱਚ ਮਨਾਇਆ ਗਿਆ। ਉਸ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਵਲਟੋਹਾ ਸਾਹਿਬ ਔਰ ਪੱਟੀ ਵਾਲਾ ਜਿਹੜੀ ਉਹ ਸੀਟ ਸੀਗੀ ਉਹਦੇ ਉੱਤੇ ਵੀ ਕਈ ਵਾਰੀ ਜਿਹੜੇ ਹੈਗੇ ਆ ਆਪਸੀ ਖਿੱਚੋਤਾਣ ਨਜ਼ਰ ਆਈ ਸੀਗੀ। ਸੋ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਅਕਾਲੀ ਦਲ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀਆਂ ਨੇ। ਬਾਕੀ ਜਦੋਂ ਅਸੀਂ ਇਹਨਾਂ ਦੀ ਵੋਟ ਬੈਂਕ ਸ਼ੇਅਰ ਦੇਖਦੇ ਹਾਂ ਤਾਂ ਉਹ ਤੁਸੀਂ ਦੇਖੋਗੇ ਕਿ ਇੱਕ ਪਾਸੇ ਕਿਸਾਨਾਂ ਦੀ ਜਿਹੜੀ ਵੋਟ ਸ਼ੇਅਰ ਹੈ ਉਹ ਘਟ ਸਕਦੀ ਹੈ, ਔਰ ਦੂਜੇ ਪਾਸੇ ਜਿਹੜੀ ਪੰਥਕ ਵੋਟ ਹੈ ਜਿਹਦੇ ਕਰਕੇ ਅਕਾਲੀ ਦਲ ਜਾਣਿਆ ਜਾਂਦਾ ਸੀਗਾ ਉਹਦੇ ਵਿੱਚ ਉਹਦੇ ਉੱਤੇ ਵੀ ਵੱਡੇ ਕੱਟ ਲੱਗਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਦੂਜੇ ਪਾਸੇ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਅੰਦਰ ਦੇਖਦੇ ਹਾਂ ਕਿ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੌਮੀ ਕਾਰਜਕਾਰਨੀ ਦੇ ਵਿੱਚ, ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਕੁਝ ਖਾਸਮ ਖਾਸ ਰੱਖੇ ਗਏ ਤੇ ਪਰ ਭਗਵੰਤ ਮਾਨ ਦੇ ਧੜੇ ਦਾ ਕੋਈ ਵੀ ਉੱਥੇ ਨਜ਼ਰ ਨਹੀਂ ਆ ਰਿਹਾ। ਨਾਲੋਂ ਨਾਲ ਇਹ ਵੀ ਗੱਲ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਐਲਾਨਣ ਨੂੰ ਲੈ ਕੇ ਹਾਲੇ ਵੀ ਕਸ਼ਮਕਸ਼ ਜਾਰੀ ਹੈ। ਸ਼ਾਇਦ ਕੇਜਰੀਵਾਲ ਸਾਹਿਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਂ ਤਾਂ ਰਾਜ਼ੀ ਹੋ ਜਾਣ ਜਾਂ ਫਿਰ ਉਹਨਾਂ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦੇਖੋ ਸੁਖਵਿੰਦਰ ਜੀ, ਜਦੋਂ ਕੋਈ ਪਾਰਟੀ ਹੁੰਦੀ ਹੈ ਤਾਂ ਜਦੋਂ ਖਾਸ ਤੌਰ ਤੇ ਜਿਹੜੀ ਨੈਸ਼ਨਲ ਪਾਰਟੀ ਹੁੰਦੀ ਹੈ ਤਾਂ ਉਹ ਜੋ ਜਿਸ ਸਟੇਟ ਦੇ ਵਿੱਚ ਕੰਮ ਕਰ ਰਹੀ ਹੁੰਦੀ ਹੈ ਉਹਦੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਜਥੇਬੰਦਕ ਢਾਂਚਾ ਬਣਾ ਰਹੀ ਹੁੰਦੀ ਹੈ ਤਾਂ ਉਹਦੇ ਵਿੱਚੋਂ ਉਹਨਾਂ ਨੇ ਵੱਖ-ਵੱਖ ਧੜਿਆਂ ਨੂੰ ਇੰਪੋਰਟੈਂਸ ਜਿਹੜੀ ਹੁੰਦੀ ਹੈ, ਮਹੱਤਤਾ ਦੇਣੀ ਹੁੰਦੀ ਹੈ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕੋ ਧੜੇ ਦੇ ਹੀ ਸਾਰੇ ਰੱਖੇ ਜਾਂਦੇ ਆ ਕਿ ਆਪਾਂ ਕਹਿ ਦਈਏ ਭਗਵੰਤ ਮਾਨ ਦਾ ਧੜਾ ਹੈਗਾ ਉਹਨਾਂ ਨੂੰ ਸਿਰਫ ਅੱਗੇ ਲਾ ਦਿਓ। ਤਾਂ ਇੱਥੇ ਤੁਸੀਂ ਦੇਖੋਗੇ ਕਿ ਵੱਖ-ਵੱਖ ਧੜੇ ਨਜ਼ਰ ਉਹਨਾਂ ਦੇ ਬੰਦੇ ਜਿਹੜੇ ਨਜ਼ਰ ਆ ਰਹੇ ਨੇ। ਇੱਕ ਪਾਸੇ ਭਗਵੰਤ ਮਾਨ ਨੇ, ਦੂਜੇ ਪਾਸੇ ਚੀਮਾ ਸਾਹਿਬ ਨੇ ਜਿਹੜੇ ਕਿ ਅੱਜ ਵਿਰੋਧੀ ਧਿਰ ਦੇ ਨੇਤਾ ਨੇ, ਔਰ ਅਮਨ ਅਰੋੜਾ ਜੀ ਨੇ। ਯਾਨੀ ਕਿ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਦਲਿਤ ਨੂੰ ਵੀ ਜਿਹੜੀ ਹੈਗਾ ਇੱਕ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਹੈ। ਇਸੇ ਤਰ੍ਹਾਂ ਇੱਕ ਹਿੰਦੂ ਚਿਹਰਾ ਜਿਹੜਾ ਹੈਗਾ ਅਮਨ ਅਰੋੜਾ ਜੀ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਇੱਕ ਔਰਤ ਦਾ ਜਿਹੜਾ ਚਿਹਰਾ ਹੈ ਕਿ ਔਰਤਾਂ ਨੂੰ ਅਸੀਂ ਬਹੁਤ ਇੰਪੋਰਟੈਂਸ ਦਿੰਦੇ ਆ। ਇਸੇ ਤਰ੍ਹਾਂ ਪ੍ਰੋਫੈਸਰ ਬਲਜਿੰਦਰ ਕੌਰ ਜੀ ਨੂੰ ਵੀ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਬੀਬੀ ਮਾਣੂਕੀ ਜੀ ਨੂੰ ਵੀ ਜਿਹੜਾ ਹੈਗਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਸਾਰੇ ਪੰਜਾਬ ਦੇ ਜਿੰਨੇ ਵੀ ਵਰਗ ਨੇ ਔਰ ਜਿੰਨੇ ਵੀ ਵੱਖ-ਵੱਖ ਭਾਈਚਾਰੇ ਨੇ ਉਹਨਾਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਆਪਣੇ ਆਪ 'ਚ ਚੰਗੀ ਗੱਲ ਹੈ। ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਇਹਨਾਂ ਦੀ ਚੋਣ ਕੀਤੀ ਗਈ ਹੈ ਵੱਖ-ਵੱਖ ਲੀਡਰ ਸਾਹਿਬਾਨ ਦੀ। ਸੋ ਇਹਦੇ ਨਾਲ ਹੋ ਸਕਦਾ ਹੈ ਕਿ ਜੇਕਰ ਤੁਸੀਂ ਵੱਖ-ਵੱਖ ਧੜਿਆਂ ਨੂੰ ਜਾਂ ਵੱਖ-ਵੱਖ ਭਾਈਚਾਰਿਆਂ ਨੂੰ ਨੁਮਾਇੰਦਗੀ ਦਿੰਦੇ ਹੋ ਤਾਂ ਇਹਦਾ ਫਾਇਦਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ, ਜਿਵੇਂ ਬਾਕੀ ਪਾਰਟੀਆਂ ਵੀ ਕਰ ਰਹੇ ਨੇ। ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨਾਂ ਦੀ ਜਦੋਂ ਚੋਣ ਹੋਣੀ ਸੀਗੀ ਉਦੋਂ ਦੇਖਿਆ ਕਿ ਵੱਖ-ਵੱਖ ਵਰਗਾਂ ਨੂੰ ਉਹਨਾਂ ਨੇ, ਚਾਹੇ ਉਹ ਦਲਿਤ ਵਰਗ ਸੀਗਾ, ਚਾਹੇ ਹਿੰਦੂ ਚਿਹਰੇ ਸੀਗੇ, ਚਾਹੇ ਦੂਜੇ ਵਰਗ ਸੀਗੇ, ਜਿਹੜੇ ਜਨਰਲ ਵਰਗ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚੋਂ ਵੀ ਉਹਨਾਂ ਨੇ ਨੁਮਾਇੰਦਗੀ ਜਿਹੜੀ ਹੈਗੀ ਦਿੱਤੀ ਸੀਗੀ। ਸੋ ਹਰ ਪਾਰਟੀ ਜਿਹੜੀ ਹੈਗੀ ਆਪਣੇ ਤੌਰ ਤੇ ਜਿਹੜਾ ਹੈਗਾ ਇਸ ਕਿਸਮ ਦੇ ਚਿਹਰੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਮ ਆਦਮੀ ਪਾਰਟੀ ਦੀ ਜਿਹੜੀ ਨੈਸ਼ਨਲ ਕਾਰਜਕਾਰਨੀ ਹੈ ਉਹਦੇ ਵਿੱਚ ਨਵੀਂ ਚੋਣ ਹੋਈ ਹੈ। ਇੱਕ ਵਧੀਆ ਗੱਲ ਹੈ, ਔਰ ਸਾਰਿਆਂ ਨੂੰ ਨੁਮਾਇੰਦਗੀ ਜਿਹੜੀ ਹੈਗੀ ਹੈ, ਵੱਖ-ਵੱਖ ਧਿਰਾਂ ਨੂੰ ਨੁਮਾਇੰਦਗੀ ਵੀ ਦਿੱਤੀ ਗਈ ਹੈ, ਵੱਖ-ਵੱਖ ਵਰਗਾਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ, ਵੱਖ-ਵੱਖ ਭਾਈਚਾਰਿਆਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ਇਹ ਇੱਕ ਮੈਨੂੰ ਲੱਗਦਾ ਹੈ ਕਿ ਓਪਨਨੈਸ ਦੀ ਇੱਕ ਵਧੀਆ ਮਿਸਾਲ ਆਪਾਂ ਕਹਿ ਸਕਦੇ ਹਾਂ ਸੁਖਿੰਦਰ ਜੀ। ਬਿਲਕੁਲ 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 ਇਸ ਮਾਮਲੇ 'ਚ ਇਹ ਵੀ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਵੀ ਹੁਣ ਰਵਾਇਤੀ ਪਾਰਟੀਆਂ ਦੇ ਵਾਂਗ ਸਿਆਸਤ ਜਿਹੜੀ ਰਵਾਇਤੀ ਆ ਉਹ ਸਿੱਖ ਚੁੱਕੀ ਆ ਕਿ ਅਸੀਂ ਕਿਵੇਂ ਕਿਹੜੇ ਵਰਗ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਹੈ ਤੇ ਉਹਨਾਂ ਦੀ ਅਗਵਾਈ ਦਾ ਕਿੱਦਾਂ ਧਿਆਨ ਰੱਖਣਾ, ਏਦਾਂ ਕਹਿ ਸਕਦੇ ਆ। ਪਰ ਭਗਵੰਤ ਮਾਨ ਵਾਲਾ ਮੈਟਰ ਕਿੱਦਾਂ ਸੁਲਝਦਾ ਇਹ ਆਪਣੇ ਆਪ 'ਚ ਵੱਡਾ ਸਵਾਲ ਬਣਿਆ ਹੋਇਆ। ਅਗਲੀ ਗੱਲ ਜਿਹੜੀ ਆ ਉਹ ਬੀਜੇਪੀ ਦੀ ਹੈ। ਡਾਕਟਰ ਸਾਹਿਬ, ਬੀਜੇਪੀ ਨੂੰ ਕਿੱਦਾਂ ਦੇਖਦੇ ਹੋ ਕਿ ਜਲਿਆਂਵਾਲੇ ਬਾਗ ਦੇ ਮਸਲੇ ਨੂੰ ਲੈ ਕੇ ਜਿੱਥੇ ਕਾਂਗਰਸ ਨੇ ਸਵਾਲ ਚੁੱਕੇ, ਰਾਹੁਲ ਗਾਂਧੀ ਹੋਰੀ ਸਵਾਲ ਚੁੱਕਦੇ ਰਹੇ, ਹੁਣ ਬੀਜੇਪੀ ਦੇ ਅੰਦਰੋਂ ਵੀ ਆਵਾਜ਼ ਉੱਠਣ ਲੱਗੀ ਹੈ। ਲక్ష్ਮੀ ਕਾਂਤਾ ਚਾਵਲਾ ਜਿਹੜੇ ਭਾਜਪਾ ਦੇ ਸੀਨੀਅਰ ਲੀਡਰ ਨੇ
ਉਹਨਾਂ ਨੇ ਇਸ ਦਾ ਵਿਰੋਧ ਕੀਤਾ ਕਿ ਉੱਥੇ ਤੁਸੀਂ ਛੇੜਖਾਨੀ ਜਿਹੜੀ ਛੇੜਛਾੜ ਕੀਤੀ ਗਈ ਹੈ ਜਲਿਆਂਵਾਲੇ ਬਾਗ ਦੇ ਵਿੱਚ, ਜਿਹੜਾ ਪੁਰਾਤਨ ਇਤਿਹਾਸ ਆ ਉਹਦੇ ਨਾਲ, ਇਹਨੂੰ ਕਿੱਦਾਂ ਦੇਖਦੇ ਹੋ ਕਿ ਭਾਜਪਾ ਇਸ ਨੂੰ ਮੰਨਣ ਦੇ ਲਈ ਤਿਆਰ ਨਹੀਂ, ਪਰ ਭਾਜਪਾ ਉਧਰਲੇ ਬੰਨੇ ਰੁੱਸਿਆਂ ਨੂੰ ਮਨਾਉਣ ਦੀ ਥਾਂ ਤੇ ਜਾਂ ਆਪਣਿਆਂ ਨੂੰ ਨੇੜੇ ਲਾਉਣ ਦੀ ਥਾਂ ਤੇ ਆਪਣਾ ਕਾਫਲਾ ਵਧਾਉਂਦੀ ਜਾ ਰਹੀ ਹੈ। ਜਿਵੇਂ ਗਿਆਨੀ ਜ਼ੈਲ ਸਿੰਘ ਉਹਨਾਂ ਦੇ ਪੋਤੇ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਭਾਜਪਾ ਦੇ ਵਿੱਚ, ਇਸੇ ਤਰ੍ਹਾਂ ਹੋਰ ਵੀ ਵੱਡੇ ਚਿਹਰੇ ਜਿਹੜੇ ਨੇ, ਸਿੱਖ ਚਿਹਰੇ ਖਾਸ ਕਰ, ਉਹਨਾਂ ਨੂੰ ਅੱਗੇ ਨਾਲ ਲੈ ਕੇ ਆ ਰਹੇ ਨੇ। ਸੁਖਵਿੰਦਰ ਜੀ ਦੇਖੋ, ਭਾਜਪਾ ਆਪਾਂ ਕਹਿੰਦੇ ਵੀ ਅੱਗਾ ਦੌੜ ਪਿੱਛਾ ਚੌੜ, ਇੱਕ ਇਹ ਕਹਾਵਤ ਹੈ। ਇਹਦਾ ਮਤਲਬ ਇਹੀ ਹੈ ਕਿ ਅਗਲੇ ਜਿਹੜੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਨਵੇਂ ਬੰਦੇ ਇੱਥੇ ਪਾਰਟੀ ਦੇ ਵਿੱਚ ਰਲਾ ਕੇ ਅਸੀਂ ਸ਼ਾਇਦ ਪੰਜਾਬ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ, ਔਰ ਪੁਰਾਣੇ ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਇਗਨੋਰ ਕਰਕੇ ਵੀ ਜਿਹੜਾ ਹੈਗਾ ਸਾਨੂੰ ਚੱਲ ਜਾਏਗਾ ਕੰਮ। ਸੋ ਕਹਿਣ ਦਾ ਮਤਲਬ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਝਟਕੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਲੱਗੇ ਨੇ। ਤੁਸੀਂ ਚਾਹੇ ਅਨਿਲ ਜੋਸ਼ੀ ਦਾ ਪੂਰਾ ਕਾਫਲਾ ਜਿਹੜਾ ਹੈਗਾ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਇਆ ਸੀਗਾ। ਇਸੇ ਤਰ੍ਹਾਂ ਤੁਸੀਂ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਜੀ ਨੇ, ਉਹਨਾਂ ਦਾ ਜਿੰਨਾ ਹੁਣ ਆਪਾਂ ਟਰੈਕ ਰਿਕਾਰਡ ਦੇਖਦੇ ਹਾਂ, ਪਿਛਲਾ ਇਤਿਹਾਸ ਦੇਖਦੇ ਹਾਂ, ਤਾਂ ਉਹਨਾਂ ਨੇ ਹਮੇਸ਼ਾ ਹੀ ਚਾਹੇ ਉਹ ਪਾਰਟੀ ਦੇ ਵਿਰੋਧ 'ਚ ਵੀ ਜਿਹੜੀ ਗੱਲ ਜਾਂਦੀ ਹੋਵੇ, ਸੱਚ ਨੂੰ ਸੱਚ ਕਹਿਣ ਦੀ ਜਿਹੜੀ ਹੈਗੀ ਹਿੰਮਤ ਜ਼ਰੂਰ ਦਿਖਾਈ ਹੈ। ਤੁਸੀਂ ਇਸ ਸਿਲਸਿਲੇ ਦੇ ਵਿੱਚ ਆਪਾਂ ਜਾਣਦੇ ਹਾਂ ਸਾਰੇ ਕਿ ਪੰਜਾਬ ਦੇ ਲਈ ਜਲਿਆਂਵਾਲਾ ਬਾਗ ਜਾਂ 1919 ਦੀ ਜਿਹੜੀ ਘਟਨਾ ਵਾਪਰੀ ਹੈ, ਉਹ ਮੈਨੂੰ ਲੱਗਦਾ ਹੈ ਕਿ ਅੱਜ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਇੱਕ ਘਟਨਾ ਵਾਪਰੀ ਹੈ, ਔਰ ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਹਨੂੰ ਇੱਕ ਬਹੁਤ ਬੂਸਟ ਮਿਲਿਆ ਸੀਗਾ ਇਸ ਘਟਨਾ ਤੋਂ ਬਾਅਦ। ਸੋ ਉਹਦੇ ਵਿੱਚੋਂ ਹੀ ਸ਼ਹੀਦ ਆਜ਼ਮ ਭਗਤ ਸਿੰਘ, ਉਹਦੇ ਵਿੱਚੋਂ ਹੀ ਸ਼ਹੀਦ ਊਧਮ ਸਿੰਘ ਵਰਗੇ ਜਿਹੜੇ ਵੱਡੇ ਸਾਡੇ ਸੰਘਰਸ਼ੀ ਯੋਧੇ ਸੀਗੇ, ਉਹ ਉੱਭਰ ਕੇ ਸਾਹਮਣੇ ਆਏ ਸੀਗੇ। ਸੋ ਉਸ ਏਡੀ ਵੱਡੀ ਘਟਨਾ ਨੂੰ, ਏਡੇ ਵੱਡੇ ਸਥਾਨ ਨੂੰ ਜਦੋਂ ਤੁਸੀਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ, ਉਹਨੂੰ ਬਦਲਣ ਦੀ ਕੋਸ਼ਿਸ਼ ਕਰੋਗੇ, ਉੱਥੋਂ ਇਤਿਹਾਸਕ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਤੋੜ ਮਰੋੜ ਕੇ ਹੋਰ ਕੁਝ ਬਣਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਕਿ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਉਸ ਇਤਿਹਾਸਕ ਘਟਨਾ ਤੋਂ ਕੁਝ ਸਿੱਖਣ ਦੀ ਬਜਾਏ ਉੱਥੇ ਜਾ ਕੇ ਆਪਣਾ ਇੰਟਰਟੇਨਮੈਂਟ ਕਰਨ, ਯਾਨੀ ਕਿ ਉਸ ਇਤਿਹਾਸ ਨੂੰ ਸਗੋਂ ਬਚਾਉਣ ਦੀ ਲੋੜ ਸੀਗੀ। ਉੱਥੋਂ ਦੇ ਜਿਹੜੇ ਸਾਰੇ ਓਰੀਜਨਲ ਚੀਜ਼ਾਂ ਨੇ ਉਹਨੂੰ ਉਸੇ ਤਰ੍ਹਾਂ ਹੀ ਰੱਖਣ ਦੀ ਲੋੜ ਸੀਗੀ। ਪਰ ਕੀਤਾ ਕੀ ਗਿਆ ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਵਾਲਿਆਂ ਨੇ ਜਾਂ ਸੈਂਟਰ ਗਵਰਨਮੈਂਟ ਨੇ ਜਾਂ ਮੋਦੀ ਸਰਕਾਰ ਨੇ ਉਹ ਸਾਰੀਆਂ ਚੀਜ਼ਾਂ ਨੂੰ, ਉਸ ਇਤਿਹਾਸ ਨੂੰ ਮਿਟਾਉਣ ਦੀ, ਉਸ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਵੱਡੇ ਇਲਜ਼ਾਮ ਚਾਹੇ ਉਹ ਹਿਸਟੋਰੀਅਨਸ ਵੱਲੋਂ ਵੀ ਲੱਗਦੇ ਆ ਰਹੇ ਨੇ, ਔਰ ਇਸੇ ਤਰ੍ਹਾਂ ਉੱਥੋਂ ਦੇ ਅੰਮ੍ਰਿਤਸਰ ਦੇ ਜਿਹੜੇ ਲੋਕ ਨੇ, ਮਤਲਬ ਤੇ ਸੱਜਣ ਨੇ, ਉਹ ਵੀ ਇਹਦੇ ਬਾਰੇ ਕਹਿੰਦੇ ਆ ਰਹੇ ਨੇ ਕਿ ਇਹ ਬਹੁਤ ਤੋੜ-ਫੋੜ ਹੋਈ ਹੈ। ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਕਰੋੜਾਂ ਰੁਪਈਆ ਖਰਚਿਆ ਵੀ ਗਿਆ, ਪਰ ਉਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ। ਔਰ ਖਾਸ ਤੌਰ ਤੇ ਜਿਹੜੇ ਉੱਥੋਂ ਦੇ ਫਰੀडम ਫਾਈਟਰ ਨੇ, ਪੰਜਾਬ ਦੇ ਜਿਹੜੇ ਫਰੀडम ਫਾਈਟਰ ਨੇ, ਉਹ ਵੀ ਇਸ ਗੱਲ ਨੂੰ ਮੰਨ ਰਹੇ ਨੇ ਕਿ ਬਿਲਕੁਲ ਤੋੜ ਮਰੋੜ ਕੇ ਸਾਰੀਆਂ ਚੀਜ਼ਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਸੋ ਇਸ ਕਰਕੇ ਲక్ష్ਮੀ ਕਾਂਤ ਚਾਵਲਾ ਜੀ ਦਾ ਜਿਹੜਾ ਬਿਆਨ ਹੈ ਬਹੁਤ ਇੰਪੋਰਟੈਂਟ ਹੈ, ਔਰ ਪਹਿਲਾਂ ਵੀ ਉਹ ਬੀਜੇਪੀ ਦੇ ਖਿਲਾਫ ਬੋਲ ਰਹੇ ਨੇ ਔਰ ਹੁਣ ਵੀ ਬੋਲੇ ਨੇ। ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ, ਬੀਜੇਪੀ ਦੇ ਖਿਲਾਫ ਔਰ ਮੋਦੀ ਸਾਹਿਬ ਦੇ ਖਿਲਾਫ ਚੁੱਕੀ ਹੈ, ਇਹ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਹੈ। ਔਰ ਜਿਸ ਕਰਕੇ ਉਹ ਜਾਣੇ ਜਾਂਦੇ ਨੇ, ਪਹਿਲਾਂ ਵੀ ਉਹ ਜਾਣੇ ਜਾਂਦੇ ਨੇ, ਇਸੇ ਕਰਕੇ ਜਾਣੇ ਜਾਂਦੇ ਨੇ ਕਿ ਉਹ ਆਪਣੀ ਸਰਕਾਰਾਂ ਦੇ ਖਿਲਾਫ ਆਵਾਜ਼ਾਂ ਬੁਲੰਦ ਕਰਦੇ ਰਹੇ ਨੇ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਇਹਨਾਂ ਆਵਾਜ਼ਾਂ ਨੂੰ, ਖਾਸ ਤੌਰ ਤੇ ਪ੍ਰੋਫੈਸਰ ਲక్ష్ਮੀ ਕਾਂਤ ਚਾਵਲਾ ਜੀ ਨੂੰ ਦੀਆਂ ਜੋ ਉਹਨਾਂ ਨੇ ਸ਼ੰਕੇ ਜ਼ਾਹਰ ਕੀਤੇ ਨੇ ਜਲਿਆਂਵਾਲੇ ਬਾਗ ਦੇ ਉੱਤੇ, ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਉਹਨਾਂ ਦੀ ਜਿਹੜੀ ਸਰਕਾਰ ਹੈ, ਬੀਜੇਪੀ ਸਰਕਾਰ, ਮੋਦੀ ਸਰਕਾਰ ਹੈ, ਉਹ ਜ਼ਰੂਰ ਦੂਰ ਕਰੇਗੀ। ਔਰ ਜਿਹੜੇ ਲੋਕ ਵੀ ਇਸ ਵੇਲੇ ਇਹੀ ਚਾਹੁੰਦੇ ਨੇ ਕਿ ਸਾਡਾ ਜਿਹੜਾ ਪੁਰਾਣਾ ਵਿਰਸਾ ਹੈ, ਸਾਡੀ ਜਿਹੜੀ ਪੁਰਾਣੀ ਤਸਵੀਰ ਹੈ ਜਲਿਆਂਵਾਲੇ ਬਾਗ ਦੀ, ਉਸੇ ਚੀਜ਼ ਨੂੰ ਪ੍ਰੀਜ਼ਰਵ ਕੀਤਾ ਜਾਵੇ, ਉਸੇ ਚੀਜ਼ ਨੂੰ ਪੇਸ਼ ਕੀਤਾ ਜਾਵੇ, ਤਾਂ ਹੀ ਫਾਇਦਾ ਹੈ। ਨਹੀਂ ਤਾਂ ਜੇ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ ਜਾਣਗੀਆਂ ਉੱਥੋਂ, ਤਾਂ ਉਹਦੇ ਨਾਲ ਸਾਡਾ ਇਤਿਹਾਸ ਜਿਹੜਾ ਹੈਗਾ ਵਿਗੜ ਜਾਏਗਾ ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਬਹੁਤ ਨੁਕਸਾਨਦਾਇਕ ਹੋਏਗਾ। ਇਹੀ ਗੱਲ ਮੈਨੂੰ ਲੱਗਦਾ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹਦਾ ਨਤੀਜਾ ਆਪਾਂ ਦੇਖਦੇ ਹਾਂ ਕਿ ਜਿਵੇਂ ਅਨਿਲ ਜੋਸ਼ੀ ਜੀ ਨਾਲ ਹੋਇਆ, ਕਦੇ ਉਸੇ ਤਰ੍ਹਾਂ ਨਾ ਹੋਵੇ। ਜਿਵੇਂ ਇੱਕ ਪਾਸੇ ਦਾ, ਜਿਵੇਂ ਤੁਸੀਂ ਵੀ ਕਿਹਾ ਕਿ ਬੀਜੇਪੀ ਦੂਜੇ ਬੰਦੇ, ਨਵੇਂ ਬੰਦੇ ਜ਼ਰੂਰ ਆਪਣੇ 'ਚ ਲਿਆ ਰਹੀ ਆ, ਪਰ ਜਿਹੜੇ ਪੁਰਾਣੇ ਉਹਨਾਂ ਦੇ ਟਕਸਾਲੀ ਆਗੂ ਨੇ, ਉਹਨਾਂ ਨੂੰ ਉਹ ਕੱਢਣ ਦੀ ਕੋਸ਼ਿਸ਼ ਕਰ ਰਹੀ ਆ। ਉਹਨਾਂ ਨੂੰ ਕਦੇ ਨੋਟਿਸ ਦਿੰਦੀ ਆ ਜਾਂ ਕਦੇ ਬਾਹਰ ਦਾ ਰਸਤਾ ਦਿਖਾਉਂਦੀ ਹੈ। ਇਹ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਪਾਰਟੀ ਲਈ ਕੋਈ ਚੰਗੀ ਗੱਲ ਨਹੀਂ ਹੁੰਦੀ। ਪਹਿਲਾਂ ਹੀ ਪਾਰਟੀ ਜਿਹੜੀ ਹੈਗੀ ਆ ਬਹੁਤ ਇੱਕ ਹਾਸ਼ੀਏ ਤੇ ਚੱਲ ਰਹੀ ਆ, ਆਪਾਂ ਦੇਖਦੇ ਹਾਂ ਬੀਜੇਪੀ ਪੰਜਾਬ ਦੇ ਵਿੱਚ। ਸੋ ਇਸ ਕਰਕੇ ਇਹਨੂੰ ਹੋਰ ਹਾਸ਼ੀਏ ਤੇ ਜਾਣ ਦੀ ਜਿਹੜੀ ਹੈਗੀ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਨਾਲ ਨੁਕਸਾਨ ਜ਼ਰੂਰ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ, ਭਵਿੱਖ ਦੇ ਵਿੱਚ।
ਬਿਲਕੁਲ, ਬਿਲਕੁਲ। ਜਿਹੜੀ ਚਰਚਾ ਡਾਕਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਬਿਆਨ ਨੂੰ ਲੈ ਕੇ ਛਿੜੀ ਆ ਕਿ ਕਿਸਾਨ ਜਾ ਕੇ ਹਰਿਆਣੇ ਜਾਂ ਦਿੱਲੀ ਦੇ ਵਿੱਚ ਆਪਣਾ ਮੋਰਚੇ ਦਾ ਫੋਕਸ ਉੱਥੇ ਕਰਨ, ਉਹਨੂੰ ਕਿੱਦਾਂ ਦੇਖਦੇ ਹੋ? ਬੀਜੇਪੀ ਨੂੰ ਮੌਕਾ ਮਿਲ ਗਿਆ ਇਸ ਉੱਤੇ ਤੰਜ ਕੱਸਣ ਦਾ। ਬੀਜੇਪੀ ਹਰਿਆਣਾ ਦੀ ਲੀਡਰਸ਼ਿਪ, ਖਾਸ ਕਰਕੇ ਜਿਹੜੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੋਣੀ ਵੀ ਬੋਲ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਉਕਸਾ ਕੇ ਇੱਧਰ ਭੇਜਿਆ ਗਿਆ। ਦੇਖੋ, ਬੀਜੇਪੀ ਤਾਂ ਪਹਿਲਾਂ ਹੀ ਇਦਾਂ ਦੀਆਂ ਗੱਲਾਂ ਕਰ ਰਹੀ ਹੈ, ਪਰ ਲੋਕਾਂ ਨੂੰ ਜਾਂ ਕਿਸਾਨ ਲੀਡਰਾਂ ਨੂੰ ਜਾਂ ਕਿਸਾਨਾਂ ਨੂੰ ਘੱਟੋ ਘੱਟ ਮੁੱਖ ਮੰਤਰੀ ਸਾਹਿਬ ਤੋਂ, ਕੈਪਟਨ ਸਾਹਿਬ ਤੋਂ ਇਹ ਉਮੀਦ ਨਹੀਂ ਸੀਗੀ ਕਿ ਇਦਾਂ ਦੇ ਬਿਆਨ ਦੇਣਗੇ। ਉਹਨਾਂ ਨੇ ਬਿਲਕੁਲ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਔਰ ਅਡਾਨੀਆਂ ਅਬਾਨੀਆਂ ਦੇ ਹੱਕ ਦੇ ਵਿੱਚ ਇਹ ਜਿਹੜਾ ਬਿਆਨ ਦਿੱਤਾ ਹੈ। ਜਦੋਂ ਉਹ ਇਹ ਗੱਲ ਕਹਿੰਦੇ ਨੇ ਕਿ 113 ਥਾਵਾਂ ਦੇ ਉੱਤੇ ਕਿਸਾਨ ਕਿਉਂ ਧਰਨੇ ਲਾਈ ਬੈਠੇ ਨੇ, ਇਹਨਾਂ ਨੂੰ ਦਿੱਲੀ 'ਚ ਜਾਣਾ ਚਾਹੀਦਾ। ਦਿੱਲੀ 'ਚ ਤਾਂ ਪਹਿਲਾਂ ਹੀ ਬੈਠੇ ਨੇ ਉਹ, ਦਿੱਲੀ ਹਰਿਆਣੇ ਦੇ ਵਿੱਚ ਤਾਂ ਪਹਿਲਾਂ ਹੀ ਉਹ, ਮੈਨੂੰ ਲੱਗਦਾ ਹੈ ਕਿ ਏਡਾ ਵੱਡਾ ਸੰਘਰਸ਼ ਉਹ ਜਿਹਨੂੰ ਦੁਨੀਆ ਜਾਣਦੀ ਆ, ਜਿਹੜਾ ਦੁਨੀਆ ਦੇ ਵਿੱਚ ਪ੍ਰਸਿੱਧ ਹੋਇਆ, ਉਹ ਸੰਘਰਸ਼ ਪਹਿਲਾਂ ਹੀ ਕਰ ਰਹੇ ਨੇ। ਸੋ ਗੱਲ ਤਾਂ ਇਹ ਹੈ ਕਿ ਜੇਕਰ ਇਹਨਾਂ ਕਿਸਾਨਾਂ ਨੇ ਤੇ 113 ਥਾਵਾਂ ਤੇ ਬੈਠੇ ਨੇ ਔਰ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਇਸ ਕਰਕੇ ਵਿਕਾਸ ਨਹੀਂ ਹੋ ਰਿਹਾ ਪੰਜਾਬ ਦਾ ਕਿ 113 ਥਾਵਾਂ ਤੇ ਕਿਉਂ ਬੈਠੇ ਨੇ, ਤਾਂ ਇੱਕ ਮੈਨੂੰ ਲੱਗਦਾ ਹੈ ਕਿ ਆਪਣੇ ਉਸ 18 ਨੁਕਾਤੀ ਏਜੰਡੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਇੱਕ ਪਾਸੇ ਤਾਂ ਕੈਪਟਨ ਸਾਹਿਬ ਨੂੰ ਇਹ ਚਾਹੀਦਾ ਸੀਗਾ ਕਿ 4.5 ਸਾਲਾਂ ਦੇ ਵਿੱਚ ਜਿਹੜਾ ਵਿਕਾਸ ਦੇ ਨਾਂ ਦੇ ਉੱਤੇ ਉਹਨਾਂ ਨੇ ਵੋਟਾਂ ਲਈਆਂ ਸੀ ਲੋਕਾਂ ਦੀਆਂ, ਵੱਡੇ ਵੱਡੇ ਵਾਅਦੇ ਕੀਤੇ ਸੀ, ਚਾਹੇ ਉਹ ਕਿਸਾਨਾਂ ਦਾ ਵਾਅਦਾ ਹੋਵੇ, ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਹੋਵੇ, ਸੰਪੂਰਨ ਤੌਰ ਤੇ ਕਰਜ਼ਾ ਮਾਫੀ ਕਰਨ ਦੀ ਗੱਲ ਹੋਵੇ, ਜਾਂ ਉਹ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਾ ਵਾਅਦਾ ਹੋਵੇ, ਜਾਂ ਹੋਰ ਜਿਹੜੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ। ਵਿਕਾਸ ਤਾਂ ਉਹਨਾਂ ਦੇ ਕਰਕੇ ਹੋਣਾ ਸੀਗਾ। ਵਿਕਾਸ ਤਾਂ ਜਿਹੜੇ ਵੱਖ-ਵੱਖ ਮਸਲੇ ਨੇ ਇਸ ਵੇਲੇ ਸੰਕਟ ਨੇ, ਚਾਹੇ ਉਹ ਖਜ਼ਾਨੇ ਖਾਲੀ ਦੀ ਗੱਲ ਹੋਵੇ ਜਾਂ ਹੋਰ ਖਜ਼ਾਨੇ ਨੂੰ ਕਿਵੇਂ ਭਰਿਆ ਜਾ ਸਕਦਾ ਹੈ, ਜਾਂ ਪੀਆਰਟੀਸੀ ਨੂੰ, ਜਾਂ ਸਰਕਾਰੀ ਜਿਹੜੀ ਐਜੂਕੇਸ਼ਨ ਹੈ ਜਾਂ ਸਰਕਾਰੀ ਹੈਲਥ ਹੈ ਉਹਨੂੰ ਕਿਵੇਂ ਡਿਵੈਲਪ ਕਰਨਾ ਹੈ, ਉਹਦੇ ਲਈ ਬਲੂਪ੍ਰਿੰਟ ਤਿਆਰ ਕਰਨੇ ਸੀਗੇ। ਉਹ ਤਾਂ ਉਹਨਾਂ ਤੋਂ ਹੋਏ ਨਹੀਂ, ਪੌਣੇ 5 ਸਾਲ ਹੋ ਗਏ। ਪਰ ਉਹ ਦੋਸ਼ ਕਿਹਦੇ ਤੇ ਸੁੱਟ ਰਹੇ ਨੇ ਕਿ ਕਿਸਾਨਾਂ ਨੇ 113 ਥਾਵਾਂ ਦੇ ਉੱਤੇ ਧਰਨੇ ਲਾਏ ਹੋਏ ਨੇ, ਇਸ ਕਰਕੇ ਪੰਜਾਬ ਵਿਕਾਸ ਨਹੀਂ ਕਰ ਰਿਹਾ। ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਝੂਠ ਜਿਹੜਾ ਹੈਗਾ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਕੈਪਟਨ ਸਾਹਿਬ ਹਮੇਸ਼ਾ ਹੀ ਜਿਹੜੇ ਕੈਪਟਨ ਸਾਹਿਬ ਹੱਥ ਵਿੱਚ ਸ਼੍ਰੀ ਗੁਟਕਾ ਸਾਹਿਬ ਫੜ ਕੇ ਮੁੱਕਰ ਸਕਦੇ ਨੇ ਔਰ ਉਸ ਸਹੁੰ ਨੂੰ ਭੁੱਲ ਸਕਦੇ ਨੇ, ਤਾਂ ਇਦਾਂ ਦੇ ਝੂਠ ਬੋਲਣਾ ਉਹਨਾਂ ਦੇ ਲਈ ਕੋਈ ਖਾਸ ਗੱਲ ਨਹੀਂ ਹੈ। ਸੋ ਇਸ ਆਪਾਂ ਸਮਝ ਸਕਦੇ ਹਾਂ ਕਿ ਕੈਪਟਨ ਸਾਹਿਬ ਇਸ ਵੇਲੇ ਹਰ ਗੱਲ ਦੇ ਉੱਤੇ ਝੂਠ ਬੋਲ ਰਹੇ ਨੇ ਔਰ ਝੂਠ ਦੀ ਖੱਟੀ ਕਮਾਈ ਕਰ ਰਹੇ ਨੇ। ਸੋ ਲੋਕ ਇਸ ਵੇਲੇ ਸਾਰੀਆਂ ਗੱਲਾਂ ਸਮਝ ਰਹੇ ਨੇ। ਇਹ ਨਹੀਂ ਹੈ ਕਿ ਪੰਜਾਬ ਦੇ ਲੋਕ ਇਸ ਤੋਂ ਅਵੇਸਲੇ ਨੇ। ਪੰਜਾਬ ਦੇ ਲੋਕ ਜਾਣ ਰਹੇ ਨੇ ਔਰ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਦੱਸੋ ਕਿ ਤੁਹਾਡਾ ਵਿਕਾਸ, ਜਿਸ ਵਿਕਾਸ ਦਾ ਨਾਂ ਲੈ ਕੇ ਤੁਹਾਨੂੰ ਵੋਟਾਂ ਪਾਈਆਂ ਸੀ ਪੰਜਾਬ ਦੇ ਲੋਕਾਂ ਨੇ, ਜਿਸ ਵਿਕਾਸ ਦੇ ਆਧਾਰ ਤੇ ਤੁਹਾਨੂੰ ਮੁੱਖ ਮੰਤਰੀ ਚੁਣਿਆ ਗਿਆ ਸੀਗਾ, ਤੁਹਾਡਾ ਉਹ ਵਿਕਾਸ ਅੱਜ ਕਿੱਥੇ ਆ? ਲੋਕਾਂ ਨੂੰ ਵਿਕਾਸ ਕਿੱਥੇ ਦਿਖਾਈ ਦੇ ਰਿਹਾ, ਉਹ ਸਾਨੂੰ ਦੱਸਣਾ ਚਾਹੀਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਿਲਕੁਲ ਬੇਬੁਨਿਆਦੀ ਜਿਹੜਾ ਹੈਗਾ ਇਹ ਉਹਨਾਂ ਦਾ, ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਹੁਕਮ ਹੈ ਔਰ ਉਹਨਾਂ ਦਾ ਜਿਹੜਾ ਬਿਆਨ ਹੈ, ਔਰ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਗਲਤ ਬਿਆਨਬਾਜ਼ੀ ਜਿਹੜੀ ਹੈਗੀ ਹੈ ਉਹ ਨਹੀਂ ਕਰਨੀ ਚਾਹੀਦੀ। ਇਸ ਵੇਲੇ ਇੱਕੋ ਇੱਕ ਮਕਸਦ ਪੰਜਾਬ ਦੇ ਲੋਕਾਂ ਦਾ ਜਾਂ ਕਿਸਾਨਾਂ ਦਾ ਜਾਂ ਪੂਰੇ ਭਾਰਤ ਦੇ ਕਿਸਾਨਾਂ ਦਾ ਹੈ ਕਿ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਔਰ ਨਵਾਂ ਜਿਹੜਾ ਹੈਗਾ MSP ਵਾਲਾ ਕਾਨੂੰਨ ਉਹ ਲਾਗੂ ਕਰਾਉਣਾ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਇਦਾਂ ਦਾ ਬਿਆਨ ਦਿੰਦੇ ਆ, ਉਸ ਬਿਆਨ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਔਰ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਜਿਹੜਾ ਇਸ ਅੰਤਰਰਾਸ਼ਟਰੀ ਸੰਘਰਸ਼ ਨੂੰ ਥੱਲੇ ਲੈ ਕੇ ਜਾਵੇ, ਉਹਨਾਂ ਨੂੰ ਥੱਲੇ ਕਰੇ, ਕਿਸਾਨਾਂ ਨੂੰ। ਕਿਉਂਕਿ ਪੰਜਾਬ ਦਾ ਕਿਸਾਨ ਜਿਹੜਾ ਹੈਗਾ, ਪੰਜਾਬ ਕਹਿ ਸਕਦੇ ਹਾਂ ਕਿ ਇੱਕ ਐਪੀ ਸੈਂਟਰ ਬਣਿਆ ਹੋਇਆ ਹੈ ਇਸ ਸੰਘਰਸ਼ ਦਾ। ਸੋ ਜੇਕਰ ਐਪੀ ਸੈਂਟਰ ਦੇ ਉੱਤੇ ਕੋਈ ਨਾ ਕੋਈ ਠੇਸ ਵੱਜਦੀ ਹੈ ਤਾਂ ਉਹਦਾ ਨੁਕਸਾਨ ਜਿਹੜਾ ਹੈਗਾ ਬਹੁਤ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਕੈਪਟਨ ਸਾਹਿਬ ਨੂੰ ਸੋਚ ਸਮਝ ਕੇ ਜਿਹੜਾ ਹੈਗਾ, ਇੱਕ ਪਾਸੇ ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਮਸੀਹਾ ਬਣਨਾ ਚਾਹੁੰਦੇ ਹਾਂ, ਪਰ ਦੂਜੇ ਪਾਸੇ ਇਦਾਂ ਦੇ ਬਿਆਨ ਦੇ ਕੇ ਉਹ ਕਿਸਾਨਾਂ ਦੇ ਇਸ ਵੱਡੇ ਸੰਘਰਸ਼ ਨੂੰ ਤਾਰ-ਪੀੜੋ ਕਰਨਾ ਚਾਹੁੰਦੇ ਨੇ, ਖਤਮ ਕਰਨਾ ਚਾਹੁੰਦੇ ਨੇ। ਸੁਖਵਿੰਦਰ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਦੂਜੇ ਪਾਸੇ ਜਦੋਂ ਪ੍ਰਗਟ ਸਿੰਘ ਹੋਣੀ ਸਹੂਲਤਾਂ ਦੀ ਗੱਲ ਕਰਦੇ ਨੇ ਕਿ ਮੁਫਤ ਸਹੂਲਤਾਂ ਤਾਂ ਦਿਓ, ਪਰ ਸਰਕਾਰੀ ਖਜ਼ਾਨੇ ਨੂੰ ਕਿੱਦਾਂ ਕਰਜ਼ਾ ਮੁਕਤ ਕਰਨਾ ਹੈ, ਪੰਜਾਬ ਸਰਕਾਰ ਨੂੰ ਕਿੱਦਾਂ ਕਰਜ਼ਾ ਮੁਕਤ ਕਰਨਾ ਹੈ, ਕਿੱਦਾਂ ਮਾਫੀਏ ਤੇ ਕੰਟਰੋਲ ਕਰਨਾ ਹੈ, ਪਰ ਇਸ ਗੱਲ ਦੀ ਜਿਹੜੀ ਹੈ ਉਹ ਕੋਈ ਵੀ ਹਾਮੀ ਨਹੀਂ ਭਰਦਾ ਕਿ ਪੰਜਾਬ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਵਿੱਚ ਖਜ਼ਾਨੇ ਦੇ ਉੱਤੇ ਸਿਆਸਤਦਾਨ ਭਾਰੂ ਹੋਏ ਬੈਠੇ ਨੇ,
ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਉਹਨਾਂ ਦੀ ਕਿਉਂ ਨਹੀਂ ਨਜ਼ਰਸਾਨੀ ਕੀਤੀ ਜਾਂਦੀ ਕਿ ਕਿੱਥੇ-ਕਿੱਥੇ ਕਿਹੜੀ ਸਹੂਲਤ ਵੱਧ ਹੈ ਜਾਂ ਉਹਨਾਂ ਨੂੰ ਪੈਨਸ਼ਨਾਂ ਕਿਸ ਢੰਗ ਨਾਲ ਮਿਲ ਰਹੀਆਂ, ਜਿਹੜੇ 4-4 5-5 ਜਾਂ ਜਿੰਨੀਆਂ ਵੀ ਪੈਨਸ਼ਨਾਂ ਲੈਂਦੇ ਨੇ ਉਹਨਾਂ ਉੱਤੇ ਲਗਾਮ ਕੱਸਣ ਦੀ ਥਾਂ ਤੇ ਠੀਕ ਹੈ ਤੁਸੀਂ ਮੁਫਤ ਸਹੂਲਤਾਂ ਦੇ ਉੱਤੇ ਵੀ ਨਜ਼ਰਸਾਨੀ ਕਰੋ, ਮਿਲਣੀਆਂ ਚਾਹੀਦੀਆਂ, ਉਹਨੂੰ ਲੈ ਕੇ ਖਜ਼ਾਨੇ ਦੇ ਉੱਤੇ ਵੀ ਬੋਝ ਨਹੀਂ ਪੈਣਾ ਚਾਹੀਦਾ। ਪਰ ਜਿਹੜੀਆਂ ਬੱਸਾਂ ਉਹ ਕਹਿੰਦੇ ਕਿ ਦਿੱਲੀ ਹਵਾਈ ਅੱਡੇ ਨੂੰ ਜਾਣੀਆਂ ਚਾਹੀਦੀਆਂ ਨੇ, ਅੱਜ ਤੱਕ ਸਰਕਾਰੀ ਗਈਆਂ ਨਹੀਂ, ਉਹਦਾ ਵੀ ਕਾਰਨ ਜਿਹੜਾ ਸਰਕਾਰ ਨੂੰ ਸਾਹਮਣੇ ਰੱਖਣਾ ਚਾਹੀਦਾ। ਇਹਨੂੰ ਕਿੱਦਾਂ ਦੇਖਦੇ ਹੋ? ਸੁਖਵਿੰਦਰ ਜੀ, ਜਿਹੜੀਆਂ ਇਦਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ, ਚਾਹੇ ਉਹ ਟਰਾਂਸਪੋਰਟ ਨੂੰ ਲੈ ਕੇ ਪਾਲਿਸੀ ਬਣਾਉਣੀ ਹੋਵੇ, ਚਾਹੇ ਬਿਜਲੀ ਨੂੰ ਲੈ ਕੇ ਪਾਲਿਸੀ ਬਣਾਉਣੀ ਹੋਵੇ, ਚਾਹੇ ਜਿਹੜਾ ਖਜ਼ਾਨਾ ਨੂੰ ਭਰਨ ਦੀਆਂ ਜਿਹੜੀਆਂ ਨੇ ਉਹ ਪਾਲਿਸੀਆਂ ਬਣਾਉਣੀਆਂ ਹੋਣ, ਜਾਂ ਕੋਈ ਹੋਰ ਜਿਹੜੀਆਂ ਪਾਲਿਸੀਆਂ ਬਣਾਉਣੀਆਂ ਹੋਣ, ਉਹਨਾਂ ਦਾ ਸਮਾਂ ਜਿਹੜਾ ਹੁੰਦਾ ਹੈ ਉਹ ਪਿਛਲੇ ਲਗਭਗ ਪੌਣੇ 5 ਸਾਲ ਬੀਤ ਚੁੱਕੇ ਨੇ। ਉਦੋਂ ਸੀਗਾ ਸ਼ੁਰੂ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਬਣੀ ਸੀ, ਕਾਂਗਰਸ ਦੀ ਸਰਕਾਰ ਬਣੀ ਸੀਗੀ 17 ਦੇ ਵਿੱਚ, ਇਹ ਉਦੋਂ ਪਾਲਿਸੀਆਂ ਬਣਨੀਆਂ ਚਾਹੀਦੀਆਂ ਸੀਗੀਆਂ, ਉਦੋਂ ਬਲੂ ਪ੍ਰਿੰਟ ਜਿਹੜੇ ਤਿਆਰ ਕਰਨੇ ਚਾਹੀਦੇ ਸੀਗੇ। ਪਰ ਹੋਇਆ ਕਿ ਉਹ ਪੌਣੇ 5 ਸਾਲ ਤਾਂ ਇਦਾਂ ਹੀ ਗਵਾ ਦਿੱਤੇ ਗਏ। ਉਦੋਂ ਜਿਹੜੀ ਹੈਗੀ ਆ ਕਾਂਗਰਸ ਜਿਹੜੀ ਹੈਗੀ ਸੁੱਤੀ ਰਹੀ। ਪਰ ਹੁਣ ਜਦੋਂ ਆਪਾਂ 5 ਸਾਲਾਂ ਤੋਂ ਬਾਅਦ ਜਦੋਂ ਲਗਭਗ 4 ਜਾਂ 5 ਮਹੀਨੇ ਰਹਿ ਗਏ ਇਲੈਕਸ਼ਨਾਂ ਦੇ ਵਿੱਚ, ਉਦੋਂ ਜਦੋਂ ਇਦਾਂ ਦੀਆਂ ਗੱਲਾਂ ਮੈਨੂੰ ਲੱਗਦਾ ਹੈ ਕਿ ਕੋਈ ਲੀਡਰ ਕਰਦਾ ਹੈ ਤਾਂ ਲਾਜ਼ਮੀ ਤੌਰ ਤੇ ਵੱਡੇ ਸਵਾਲ ਜਿਹੜੇ ਨੇ ਉਹ ਚੁੱਕਣੇ ਇਹੀ ਬਣਦੇ ਨੇ ਪੰਜਾਬ ਦੇ ਲੋਕਾਂ ਦੁਆਰਾ ਕਿ ਭਾਈ ਉਦੋਂ ਪੌਣੇ 5 ਸਾਲ ਹੋ ਗਏ, ਉਦੋਂ ਇਹ ਗੱਲਾਂ ਕਿੱਥੇ ਸੀਗੇ, ਉਦੋਂ ਕਿਉਂ ਨਹੀਂ ਕੀਤੀਆਂ ਗਈਆਂ ਇਦਾਂ ਦੀਆਂ ਗੱਲਾਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਚਾਹੇ ਟਰਾਂਸਪੋਰਟ ਦੀ ਜਿਹੜੀ ਹੈਗੀ ਆ ਪਾਲਿਸੀ ਬਣਾਉਣੀ ਹੋਵੇ, ਚਾਹੇ ਕੋਈ ਹੋਰ ਬਾਕੀ ਪਾਲਿਸੀਆਂ ਬਣਾਉਣੀਆਂ ਹੋਣ, ਉਹਦਾ ਹੁਣ ਸਮਾਂ ਲੰਘ ਚੁੱਕਿਆ ਹੈ। ਹੁਣ ਤਾਂ ਇਹ ਹੈ ਕਿ ਤੁਹਾਨੂੰ ਕੋਈ ਨਾ ਕੋਈ ਜਿਹੜੀ ਹੈਗੀ ਆ ਕਾਗਜ਼ੀ ਕਾਰਵਾਈ ਜਿਹੜੀ ਹੈਗੀ ਆ ਉਹੀ ਹੋਏਗੀ। ਜਿਹੜਾ ਪ੍ਰੈਕਟੀਕਲੀ ਰੂਪ ਦੇਣਾ ਸੀਗਾ ਵੱਖ-ਵੱਖ ਮੁੱਦਿਆਂ ਦੇ ਉੱਤੇ, ਜਿਹੜਾ ਜਿਹਨੂੰ ਪ੍ਰੈਕਟੀਕਲ ਤੌਰ ਤੇ ਬਦਲਣਾ ਸੀਗਾ, ਉਹ ਇਸ ਵੇਲੇ ਸਮਝ ਨਹੀਂ ਆ ਰਿਹਾ, ਉਹ ਨਹੀਂ ਬਦਲਿਆ ਜਾ ਰਿਹਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਪ੍ਰਗਟ ਸਿੰਘ ਹੋਰਾਂ ਦੀ ਨੀਤ ਜਿਹੜੀ ਹੈਗੀ ਬਿਲਕੁਲ ਸਾਫ਼ ਦਿਖਾਈ ਦਿੰਦੀ ਹੈ। ਉਹ ਚਾਹੁੰਦੇ ਨੇ ਕਿ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਸਸਤੇ ਰੇਟਾਂ ਦੇ ਉੱਤੇ ਦਿੱਲੀ ਦੇ ਜਿਹੜੇ ਹੈਗਾ ਜਹਾਜ਼ਾਂ ਦੇ ਵਿੱਚ ਜਿਹੜੇ ਵੀ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਜਾਣ, ਔਰ ਉੱਥੋਂ ਤੱਕ ਸਾਡੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਨੇ। ਪਰ ਹੋਇਆ ਕੀ ਹੈ, ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਪ੍ਰਾਈਵੇਟ ਅਦਾਰਿਆਂ ਦਾ ਜਾਂ ਪ੍ਰਾਈਵੇਟ ਜਿਹੜੀਆਂ ਬੱਸ ਕੰਪਨੀਆਂ ਨੇ ਉਹਨਾਂ ਦਾ ਉਹਦੇ ਉੱਤੇ ਜਿਹੜਾ ਹੈਗਾ ਕੰਟਰੋਲ ਹੈ, ਔਰ ਇਸ ਕਰਕੇ ਸਾਰਾ ਪੈਸਾ ਜਿਹੜਾ ਹੈਗਾ ਉਹ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਜਾ ਰਿਹਾ ਹੈ। ਔਰ ਇਹ ਕਿੰਨਾਂ ਦੀਆਂ ਕੰਪਨੀਆਂ ਨੇ ਆਪਾਂ ਨੂੰ ਵੀ ਪਤਾ ਹੈ। ਇਹ ਬਿਲਕੁਲ ਪਿਛਲੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬਾਦਲ ਸਾਹਿਬ ਜਾਂ ਹੋਰ ਜਿਹੜੇ ਵੱਡੇ ਜਿਹੜੇ ਲੋਕ ਨੇ, ਚਾਹੇ ਉਹ ਜਿਹੜੇ ਆਪਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਸ਼ਾਮਲ ਨੇ, ਉਹਨਾਂ ਦੀਆਂ ਬੱਸ ਕੰਪਨੀਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਬੜਾ ਰੌਲਾ ਵੀ ਪਿਆ ਸੀਗਾ ਕਿ ਇੰਨੀਆਂ ਬੱਸਾਂ ਤੋਂ ਬਾਅਦ ਇੰਨੀਆਂ ਬੱਸਾਂ ਕਿਵੇਂ ਹੋ ਗਈਆਂ। ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋ ਸਕਦੀਆਂ ਸੀਗੀਆਂ ਜੇ ਸ਼ੁਰੂ ਦੇ ਵਿੱਚ ਕੋਈ ਨਵੀਂ ਪਾਲਿਸੀ ਲਿਆਂਦੀ ਜਾਂਦੀ, ਖਾਸ ਤੌਰ ਤੇ ਟਰਾਂਸਪੋਰਟ ਪਾਲਿਸੀ ਜਿਹੜੀ ਹੈਗੀ ਆ ਉਹਦੀ ਲੋੜ ਸੀਗੀ। ਸੋ ਉਹ ਨਾ ਆਉਣ ਕਰਕੇ ਆਪਾਂ ਦੇਖਦੇ ਹਾਂ ਕਿ ਲਗਾਤਾਰ ਇਹ ਸਾਰੀਆਂ ਸੰਕਟ ਜਿਹੜਾ ਹੈਗਾ ਆ ਰਿਹਾ, ਔਰ ਨਤੀਜਾ ਕੀ ਨਿਕਲ ਰਿਹਾ, ਸਾਡੀ ਜਿਹੜੀ ਸਰਕਾਰੀ ਟਰਾਂਸਪੋਰਟ ਹੈ, ਜਿਹੜੀ ਪੈਪਸੂ ਦੀ ਹੋਵੇ ਚਾਹੇ PRTC ਹੋਵੇ, ਇਹ ਦੋਨੋਂ ਹੀ ਇਸ ਵੇਲੇ ਵੱਡੇ ਸੰਕਟ ਚ ਘਿਰੀਆਂ ਹੋਈਆਂ ਨੇ। ਇਹਨਾਂ ਦੇ ਡਰਾਈਵਰ, ਇਹਨਾਂ ਦੇ ਕੰਡਕਟਰ ਵਿਚਾਰੇ ਅੱਜ ਸੜਕਾਂ ਦੇ ਬੈਠੇ ਨੇ, ਉਹ ਪੱਕੇ ਨਹੀਂ ਹੋ ਰਹੇ। ਔਰ ਤੁਸੀਂ ਦੇਖੋਗੇ ਕਿ ਲਗਾਤਾਰ ਜਿਹੜੀਆਂ ਸਵਾਰੀਆਂ ਨੇ ਉਹ ਵੱਖ-ਵੱਖ ਬੱਸ ਅੱਡਿਆਂ ਦੇ ਵਿੱਚ ਵਿਚਾਰੀਆਂ ਖੱਜਲ ਖੁਆਰ ਹੁੰਦੀਆਂ ਤੁਹਾਨੂੰ ਨਜ਼ਰ ਆਉਣਗੀਆਂ। ਸੋ ਇਸ ਕਰਕੇ ਪ੍ਰਗਟ ਸਿੰਘ ਹੋਰਾਂ ਦਾ ਜਿਹੜਾ ਕਹਿਣਾ ਜਾਇਜ਼ ਹੈ, ਪਰ ਸਵਾਲ ਇਹੀ ਹੈ ਕਿ ਇਹ ਕਰੂਗਾ ਕੌਣ? ਇਹ ਕਰੂਗਾ ਤਾਂ ਇਹਨਾਂ ਦੀ ਸਰਕਾਰ ਹੀ ਕਰ ਸਕਦੀ ਸੀਗੀ, ਕੈਪਟਨ ਸਾਹਿਬ ਹੀ ਕਰ ਸਕਦੇ ਸੀਗੇ, ਪਰ ਕੈਪਟਨ ਸਾਹਿਬ ਨੇ ਕੋਈ ਜਿਹੜਾ ਹੈਗਾ ਕੰਮ, ਆਪਾਂ ਨੂੰ ਵੀ ਪਤਾ ਹੈ ਕਿ ਪੌਣੇ 5 ਸਾਲ ਚ ਕੋਈ ਕਿੱਡੇ ਕੰਮ ਹੋਏ ਨੇ ਜਾਂ ਕਿਹੜੇ ਕੰਮ ਕਰਨੇ ਚਾਹੀਦੇ ਸੀ ਉਹਨਾਂ ਨੂੰ, ਉਹ ਨਾ ਹੋਣ ਕਰਕੇ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ। ਸੋ ਇਹਦਾ ਕਾਰਨ ਆਪਾਂ ਇਹੀ ਕਹਿ ਸਕਦੇ ਹਾਂ ਕਿ ਨੀਤ ਔਰ ਨੀਤੀ ਦੇ ਵਿੱਚ ਫਰਕ ਜਿਹੜਾ ਹੈਗਾ ਉਹ ਸਾਫ਼ ਜਿਹੜਾ ਹੈਗਾ ਦਿਖਾਈ ਦੇ ਰਿਹਾ। ਕੈਪਟਨ ਸਾਹਿਬ ਦੀ ਜਿਹੜੀ ਨੀਤੀ ਸੀਗੀ ਔਰ ਇਹਨਾਂ ਦੀ ਨੀਤ ਸੀਗੀ, ਉਹ ਕਿਤੇ ਨਾ ਕਿਤੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣ ਜਾਂ ਆਪਣੀਆਂ ਜਿਹੜੀਆਂ ਭਾਈਵਾਲ ਜਿਹੜੇ ਲੋਕ ਨੇ, ਜਿਹਦੇ ਵਿੱਚ ਅਕਾਲੀ ਦਲ ਸ਼ਾਮਲ ਹੈ, ਜਿਹਦੇ ਵਿੱਚ BJP ਸ਼ਾਮਲ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਫਾਇਦਾ ਦਿੰਦੇ ਨਜ਼ਰ ਆਉਂਦੇ ਨੇ ਕੈਪਟਨ ਸਾਹਿਬ। ਸੁਖਵਿੰਦਰ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਮੇਰੇ ਨਾਲ ਮੌਜੂਦ ਸਨ ਸਿਆਸੀਵਾਦ ਡਾਕਟਰ ਭੀਮਿੰਦਰ ਸਿੰਘ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।